ਅੱਜ ਇਹਨਾਂ ਵੱਲੋਂ ਇੱਕ ਅਜਿਹਾ ਮਾਡਲ ਤਿਆਰ ਕੀਤਾ ਗਿਆ ਜੋ ਅੱਜ ਤੱਕ ਕਿਸੇ ਵੱਲੋਂ ਪੇਪਰ ਦੇ ਨਾਲੋਂ ਮਾਡਲ ਨਹੀਂ ਤਿਆਰ ਕੀਤਾ ਗਿਆ। ਤਾਂ ਪਹਿਲੇ ਇੱਕ ਵਾਰੀ ਤਸਵੀਰ ਤੁਹਾਨੂੰ ਮਾਡਲ ਦੀ ਦਿਖਾ ਦਿੰਦੇ ਆ। ਇਹ ਕਿਲਾ ਆਨੰਦਗੜ੍ਹ ਸਾਹਿਬ ਦਾ ਮਾਡਲ ਹੈ, ਜੋ ਪੁਰਾਣਾ ਕਿਲਾ ਆਨੰਦਗੜ੍ਹ ਸਾਹਿਬ ਸੀ ਉੱਥੋਂ ਦਾ ਮਾਡਲ ਤਿਆਰ ਕੀਤਾ ਗਿਆ। ਤਾਂ ਇਸ ਮਾਡਲ ਬਾਰੇ ਪੂਰੀ ਜਾਣਕਾਰੀ ਅਸੀਂ ਗੁਰਪ੍ਰੀਤ ਸਿੰਘ ਹੁਣਾਂ ਕੋਲ ਲਵਾਂਗੇ। ਇਹ ਜੋ ਕਿਲਾ ਹੈਗਾ ਪੁਰਾਤਨ, ਜਿੱਥੇ ਜਦੋਂ ਵੀ ਸੰਗਤਾਂ ਆਨੰਦਪੁਰ ਸਾਹਿਬ ਦਰਸ਼ਨ ਕਰਨ ਜਾਂਦੀਆਂ ਨੇ, ਕਿਲਾ ਆਨੰਦਗੜ੍ਹ ਸਾਹਿਬ ਜੋ ਮੌਜੂਦ ਹੈ, ਬਹੁਤ ਉੱਚੀ ਪਹਾੜੀ ਤੇ ਮੌਜੂਦ ਹੈ। ਇੱਥੇ ਵੀ ਸੰਗਤਾਂ ਜਾਂਦੀਆਂ ਨੇ। ਗੁਰਪ੍ਰੀਤ ਸਿੰਘ ਜੀ ਦੇ ਕਮਰੇ ਦੀ ਤਸਵੀਰ ਜਿਹੜੀ ਅਸੀਂ ਜ਼ਰੂਰ ਦਿਖਾ ਦਿੰਦੇ ਹਾਂ, ਜਿੱਥੇ ਕਿ ਵੱਖ-ਵੱਖ ਤਰ੍ਹਾਂ ਦੇ ਮਾਡਲ ਜਿਹੜੇ ਆ ਗੁਰਦੁਆਰਾ ਸਾਹਿਬਾਨਾਂ ਦੇ ਤਿਆਰ ਕੀਤੇ ਹੋਏ ਆ। ਤਾਂ ਉੱਥੇ ਹੀ ਜਿਹੜਾ ਹੈ ਸ਼੍ਰੀ ਦਰਬਾਰ ਸਾਹਿਬ ਦਾ ਮਾਡਲ ਵੀ ਤਿਆਰ ਉਹਨਾਂ ਵੱਲੋਂ ਜਿਹੜਾ ਹੈ ਕੀਤਾ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ openpunjabi.com ਤੇ ਮੈਂ ਹਾਂ ਮੁਕੇਸ਼ ਮਹਿਰਾ। ਤਾਂ ਅੱਜ ਅਸੀਂ ਗੱਲਬਾਤ ਕਰਾਂਗੇ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨਾਲ। ਗੁਰਪ੍ਰੀਤ ਸਿੰਘ ਅਜਿਹਾ ਨਾਮ ਜਿਨ੍ਹਾਂ ਨੇ ਪੇਪਰ ਦੇ ਨਾਲ ਬਹੁਤ ਸਾਰੇ ਮਾਡਲ ਤਿਆਰ ਕੀਤੇ, ਸਿੱਖ ਇਤਿਹਾਸਿਕ ਮਾਡਲ ਤਿਆਰ ਕੀਤੇ, ਗੁਰਦੁਆਰੇ ਸਾਹਿਬਾਨਾਂ ਦੇ ਮਾਡਲ ਤਿਆਰ ਕੀਤੇ। ਤਾਂ ਅੱਜ ਇਹਨਾਂ ਵੱਲੋਂ ਇੱਕ ਅਜਿਹਾ ਮਾਡਲ ਤਿਆਰ ਕੀਤਾ ਗਿਆ ਜੋ ਅੱਜ ਤੱਕ ਕਿਸੇ ਵੱਲੋਂ ਪੇਪਰ ਦੇ ਨਾਲੋਂ ਮਾਡਲ ਨਹੀਂ ਤਿਆਰ ਕੀਤਾ ਗਿਆ। ਤਾਂ ਪਹਿਲੇ ਇੱਕ ਵਾਰੀ ਤਸਵੀਰ ਤੁਹਾਨੂੰ ਮਾਡਲ ਦੀ ਦਿਖਾ ਦਿੰਦੇ ਹਾਂ। ਇਹ ਕਿਲਾ ਆਨੰਦਗੜ੍ਹ ਸਾਹਿਬ ਦਾ ਮਾਡਲ ਹੈ, ਜੋ ਪੁਰਾਣਾ ਕਿਲਾ ਆਨੰਦਗੜ੍ਹ ਸਾਹਿਬ ਸੀ ਉੱਥੋਂ ਦਾ ਮਾਡਲ ਤਿਆਰ ਕੀਤਾ ਗਿਆ। ਤਾਂ ਇਸ ਮਾਡਲ ਬਾਰੇ ਪੂਰੀ ਜਾਣਕਾਰੀ ਅਸੀਂ ਗੁਰਪ੍ਰੀਤ ਸਿੰਘ ਹੁਣਾਂ ਕੋਲ ਲਵਾਂਗੇ। ਕੀ ਇੱਥੋਂ ਦਾ ਇਤਿਹਾਸ ਹੈ ਅਤੇ ਕਿੰਨਾ ਸਮਾਂ ਉਹਨਾਂ ਨੂੰ ਇਹ ਮਾਡਲ ਤਿਆਰ ਕਰਨ ਬਾਰੇ ਲੱਗਾ ਸੀ, ਸਾਰੀ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਹੈ ਗੁਰਪ੍ਰੀਤ ਸਿੰਘ ਜੀ। ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਜੀ ਗੁਰਪ੍ਰੀਤ ਜੀ, ਪਹਿਲੇ ਤਾਂ ਮੈਂ ਜਾਣਨਾ ਚਾਹਾਂਗਾ, ਕਿਲਾ ਆਨੰਦਗੜ੍ਹ ਸਾਹਿਬ ਦਾ ਮਾਡਲ ਤਿਆਰ ਕੀਤਾ ਤੁਸੀਂ, ਕਿੰਨਾ ਸਮਾਂ ਲੱਗਾ ਤੇ ਕੀ ਮਨ 'ਚ ਆਇਆ ਕਿ ਇਹ ਮਾਡਲ ਤਿਆਰ ਕਰਨਾ? ਇਹਨੂੰ ਬਣਾਉਣ ਦੇ ਵਿੱਚ ਤਕਰੀਬਨ ਸਵਾ 2-2.5 ਮਹੀਨੇ ਦਾ ਮੈਨੂੰ ਸਮਾਂ ਲੱਗਿਆ। ਰੋਜ਼ ਮੈਂ 8-10 ਘੰਟੇ ਇਸ ਮਾਡਲ ਨੂੰ ਬਣਾਉਣ ਦੇ ਵਿੱਚ ਸਮਾਂ ਦਿੱਤਾ। ਤੇ ਇਹ ਬਣਾਉਣ ਦਾ ਜੋ ਵਿਚਾਰ ਬੜੇ ਸਾਲਾਂ ਤੋਂ ਮਨ ਦੇ ਵਿੱਚ ਸੀ, ਕਿਉਂਕਿ ਜਿੱਥੇ 10 ਪਾਤਸ਼ਾਹੀਆਂ ਦੇ ਜਨਮ ਸਥਾਨਾਂ ਦੇ ਮਾਡਲ ਬਣਾਏ ਨੇ, 5 ਤਖ਼ਤਾਂ ਦੇ ਮਾਡਲ, ਤੇ ਇੱਕ ਬਹੁਤ ਹੀ ਵੱਡਾ ਇਤਿਹਾਸ ਇਸ ਕਿਲੇ ਦੇ ਨਾਲ, ਇਸ ਗੁਰਦੁਆਰਾ ਸਾਹਿਬ ਨਾਲ ਜੁੜਿਆ ਹੋਇਆ ਹੈ। ਇਹ ਵੀ ਮਨ ਦੇ ਵਿੱਚ ਇੱਕ ਇੱਛਾ ਸੀਗੀ ਕਿ ਬਣਾਈਏ। ਸੋ ਕੁਝ ਕੁ ਚਿਰ ਪਹਿਲਾਂ ਆਸਟ੍ਰੇਲੀਆ ਦੀਆਂ ਸੰਗਤਾਂ ਵੱਲੋਂ ਹੁਕਮ ਹੋਇਆ ਕਿ ਇਸ ਤਰ੍ਹਾਂ ਦਾ ਇੱਕ ਮਾਡਲ ਬਣਾ ਕੇ ਦਿਓ, ਜਿਹੜਾ ਕਿ ਜਿੱਥੇ ਪੰਜਾਬ ਦੇ ਵਿੱਚ ਪ੍ਰਚਾਰ ਦਾ ਇੱਕ ਜ਼ਰੀਆ ਬਣ ਸਕੇ। ਉਹਦੇ ਨਾਲ ਹੀ ਆਸਟ੍ਰੇਲੀਆ ਦੇ ਵਿੱਚ ਵੀ ਜਾ ਕੇ ਉੱਥੇ ਵੱਖ-ਵੱਖ ਸਥਾਨਾਂ 'ਤੇ ਇਹ ਪ੍ਰਚਾਰ ਦਾ ਮਾਧਿਅਮ ਬਣ ਕੇ ਸਿੱਖ ਧਰਮ ਦਾ, ਗੁਰੂ ਗੋਬਿੰਦ ਸਿੰਘ ਜੀ ਦਾ ਅਤੇ ਮਹਾਂਪੁਰਖਾਂ ਦਾ ਜੋ ਪ੍ਰਚਾਰ ਹੈਗਾ, ਜੋ ਉਹਨਾਂ ਨੇ ਉਸ ਵੇਲੇ ਸੇਵਾਵਾਂ ਨਿਭਾਈਆਂ ਸੀਗੀਆਂ, ਤੇ ਉਹ ਸਾਰਾ ਇਤਿਹਾਸ ਜਿਹੜਾ ਗੁਰੂ ਸਾਹਿਬਾਂ ਦੇ ਵੇਲੇ ਦਾ ਸਾਰਾ ਸੰਗਤਾਂ ਦੇ ਸਾਹਮਣੇ ਆ ਸਕੇ, ਉਹ ਮਾਡਲ ਤਿਆਰ ਕੀਤਾ। ਗੁਰਪ੍ਰੀਤ ਜੀ, ਦਰਸ਼ਕਾਂ ਨੂੰ ਦੱਸੋਗੇ ਕਿ ਇਹ ਮਾਡਲ 'ਚ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਕਿਲਾ ਆਨੰਦਗੜ੍ਹ ਸਾਹਿਬ ਦਿਖਾਇਆ ਗਿਆ, ਹੋਰ ਵੀ ਬਹੁਤ ਸਾਰਾ ਮਤਲਬ ਕਿ ਪ੍ਰੋਪਰ ਤਰੀਕੇ ਨਾਲ ਤੁਹਾਡੇ ਵੱਲੋਂ ਮਾਡਲ ਤਿਆਰ ਕੀਤਾ ਗਿਆ। ਤਾਂ ਥੋੜ੍ਹਾ ਦਰਸ਼ਕਾਂ ਨੂੰ ਦੱਸੋਗੇ ਕਿ ਕਿਹੜੀ ਚੀਜ਼ ਹੈ ਜਿਹੜੀ ਤੁਸੀਂ ਖਾਸ ਤੌਰ 'ਤੇ ਦਰਸਾਈ ਹੈ ਇਹਦੇ ਵਿੱਚ? ਬਿਲਕੁਲ ਜੀ, ਇਹ ਜੋ ਕਿਲਾ ਹੈਗਾ ਪੁਰਾਤਨ, ਜਿੱਥੇ ਜਦੋਂ ਵੀ ਸੰਗਤਾਂ ਆਨੰਦਪੁਰ ਸਾਹਿਬ ਦਰਸ਼ਨ ਕਰਨ ਜਾਂਦੀਆਂ ਨੇ, ਕਿਲਾ ਆਨੰਦਗੜ੍ਹ ਸਾਹਿਬ ਜੋ ਮੌਜੂਦ ਹੈ, ਬਹੁਤ ਉੱਚੀ ਪਹਾੜੀ ਤੇ ਮੌਜੂਦ ਹੈ। ਇੱਥੇ ਵੀ ਸੰਗਤਾਂ ਜਾਂਦੀਆਂ ਨੇ। ਉਹਦੇ ਨਾਲ ਹੀ ਇਹ ਬੌਲੀ ਸਾਹਿਬ ਹੈ, ਜਿੱਥੇ ਕਿ 132 ਪੌੜੀਆਂ ਥੱਲੇ ਉਤਰ ਕੇ ਜਾਣਾ ਪੈਂਦਾ ਹੈ। ਸ਼ੀਤਲ ਜਲ ਉਹਦੇ ਵਿੱਚੋਂ ਸੰਗਤਾਂ ਜਿੰਨੇ ਵੀ ਲੰਗਰ ਪ੍ਰਸ਼ਾਦੇ ਤੇ ਆਦਿ ਸੇਵਾਵਾਂ ਹੁੰਦੀਆਂ ਨੇ, ਇਸ ਜਲ ਦੇ ਰਾਹੀਂ ਲੈਂਦੀਆਂ ਨੇ। ਅਤੇ ਮੈਂ ਦੱਸ ਦੇਵਾਂ ਕਿ ਇਸ ਗੁਰਦੁਆਰਾ ਸਾਹਿਬ ਦਾ ਜੋ ਮੇਨ ਜੋ ਇਤਿਹਾਸ ਹੈ, ਸਨ 1699 ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਪਵਿੱਤਰ ਸਥਾਨ 'ਤੇ ਆਏ ਅਤੇ ਇਸੇ ਹੀ ਸਥਾਨ ਤੋਂ ਚਾਲੇ ਪਾ ਕੇ ਉਹਨਾਂ ਨੇ 1699 ਵਿਸਾਖੀ ਵਾਲੇ ਦਿਨ ਜੋ ਖਾਲਸਾ ਸਾਜਿਆ ਸੀ, ਇੱਥੋਂ ਹੀ ਚਾਲੇ ਪਾ ਕੇ ਕੇਸਗੜ੍ਹ ਸਾਹਿਬ ਉੱਥੇ ਜਾ ਕੇ ਤੰਬੂ ਲਾ ਕੇ ਤੇ 5 ਜਿਹੜੇ ਹੈਗੇ ਆ, ਜਿਹੜੇ 5 ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਅਤੇ ਖਾਲਸੇ ਦੀ ਸਿਰਜਣਾ ਕੀਤੀ। ਅਤੇ ਇਸ ਹੀ ਪਵਿੱਤਰ ਅਸਥਾਨ 'ਤੇ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਿਹਾ ਕਰਦੇ ਸੀ, ਉਹ ਜੋ ਮਾਡਲ ਬਣਾਇਆ ਗਿਆ ਹੈ, ਇੱਥੇ ਹੀ ਮੁਗਲ ਰਾਜਿਆਂ ਵੱਲੋਂ ਘੇਰਾ ਪਾਇਆ ਗਿਆ ਸੀਗਾ ਅਤੇ ਬਹੁਤ ਲੰਮੇ ਸਮੇਂ ਤੱਕ ਘੇਰਾ ਪਿਆ ਰਿਹਾ ਸੀਗਾ। ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਚਾਲੇ ਪਾਤੇ ਇੱਥੋਂ ਬਹੁਤ ਸਾਲਾਂ ਬਾਅਦ, ਤੇ ਪਹਾੜੀ ਰਾਜਾ ਨੇ ਝੂਠੀਆਂ ਸਹੁੰਆਂ ਖਾਧੀਆਂ, ਤੇ ਉਸ ਤੋਂ ਬਾਅਦ ਜਦੋਂ ਇੱਥੋਂ ਚਾਲੇ ਪਾਤੇ ਤੇ ਪਹਾੜੀ ਰਾਜਾ ਨੇ ਤੇ ਮੁਗਲਾਂ ਨੇ ਮਿਲ ਕੇ ਇਸ ਪਵਿੱਤਰ ਸਥਾਨ ਨੂੰ ਤਹਿਸ ਨਹਿਸ ਕਰ ਦਿੱਤਾ ਗਿਆ ਸੀ। ਸਾਰੇ ਕਿਲੇ ਨੂੰ ਢਾਹ ਦਿੱਤਾ ਗਿਆ ਸੀ। ਉਸ ਤੋਂ ਬਾਅਦ ਜਿਹੜੇ ਸੰਤ ਬਾਬਾ ਸੇਵਾ ਸਿੰਘ ਜੀ ਹੋਏ ਆ, ਇੱਕ ਬਹੁਤ ਮਹਾਂਪੁਰਖ ਹੋਏ ਆ, ਚੰਗੇ ਜੀਵਨ ਵਾਲੇ, ਉਹਨਾਂ ਨੇ ਸੇਵਾਵਾਂ 1934 'ਚ ਨਿਭਾ ਕੇ ਤੇ ਇਹ ਇਮਾਰਤਾਂ ਮੁੜ ਦੁਬਾਰਾ ਸਰਜੀਵ ਕੀਤੀਆਂ, ਦੁਬਾਰਾ ਇਹ ਦਰਸ਼ਨ ਦੀਦਾਰਿਆਂ ਦੇ ਯੋਗ ਬਣਾਈਆਂ। ਤੇ ਉਹ ਹੀ ਪੁਰਾਤਨ ਇਤਿਹਾਸ ਨੂੰ ਦਰਸਾਉਂਦੀ ਹੈ, ਜੋ ਦਰਸ਼ਨੀ ਡਿਓੜੀ ਹੈਗੀ ਹੈ,
ਜੋ ਕਿ ਪੁਰਾਤਨ ਦਰਸ਼ਨੀ ਡਿਓੜੀ ਦੇ ਨਾਮ ਤੇ ਤੋਂ ਦੇਸ਼-ਦੇਸ਼ ਦੀਆਂ ਸੰਗਤਾਂ ਜਾਣਦੀਆਂ ਹਨ। ਇਹ ਦਰਸ਼ਨੀ ਡਿਓੜੀ 1934 ਦੇ ਵਿੱਚ ਸੰਤ ਬਾਬਾ ਸੇਵਾ ਸਿੰਘ ਜੀ ਨੇ ਆਰੰਭਤਾ ਕਰਾ ਕੇ ਸੇਵਾਵਾਂ ਤੇ ਇਹ ਤਿਆਰ ਕਰਵਾਈ ਸੀਗੀ। ਜੀ ਗੁਰਪ੍ਰੀਤ ਜੀ, ਤੁਹਾਡੇ ਵੱਲੋਂ ਇਹ ਸਾਰਾ ਮਾਡਲ ਤਿਆਰ ਕੀਤਾ ਗਿਆ, ਤਾਂ ਕੀ ਤੁਹਾਡੇ ਵੱਲੋਂ ਪੁਰ ਸਾਹਿਬ ਜਾ ਕੇ ਜਾਂ ਉੱਥੇ ਜਾ ਕੇ ਇਕੱਲੀ-ਇਕੱਲੀ ਚੀਜ਼ ਨੂੰ ਪਹਿਲੇ ਦੇਖਿਆ ਗਿਆ? ਕਿੰਨਾ ਟਾਈਮ ਲੱਗਾ? ਕਿੰਨੀ ਵਾਰੀ ਤੁਸੀਂ ਉੱਥੇ ਗਏ? ਕਿਉਂਕਿ ਕਿਸੇ ਵਾਲੇ ਬੰਦੇ ਦੇ ਦਿਮਾਗ 'ਚ ਗੱਲ ਨਹੀਂ ਰਹਿੰਦੀ ਕਿ ਇੱਥੇ ਆਹ ਚੀਜ਼ ਵੀ ਹੋ ਸਕਦੀ ਹੈ। ਅਸੀਂ ਦੇਖ ਰਹੇ ਹਾਂ ਪ੍ਰੋਪਰ ਜੋ ਉੱਥੇ ਇਸ ਟਾਈਮ 'ਤੇ ਨਕਸ਼ਾ ਸੀ, ਉਸੇ ਤਰ੍ਹਾਂ ਤੁਸੀਂ ਬਣਾਉਣ ਦੀ ਜਿਹੜੀ ਕੋਸ਼ਿਸ਼ ਕੀਤੀ, ਤਾਂ ਕੀ ਪਹਿਲੇ ਅਨੰਦਪੁਰ ਸਾਹਿਬ ਵੀ ਗਏ ਜਾਂ ਇੰਟਰਨੈਟ ਤੋਂ ਜਿਹੜੀ ਮਦਦ ਲਿੱਤੀ? ਨਹੀਂ ਜੀ, ਇਹਦੀ ਪ੍ਰੋਪਰ ਜਾਣਕਾਰੀ ਲੈਣ ਦੇ ਲਈ ਸ੍ਰੀ ਅਨੰਦਪੁਰ ਸਾਹਿਬ, ਆਨੰਦਗੜ੍ਹ ਸਾਹਿਬ ਉੱਥੇ ਜਾ ਕੇ ਦਰਸ਼ਨ ਦੀਦਾਰੇ ਕੀਤੇ ਅਤੇ ਅਰਦਾਸ ਬੇਨਤੀ ਕਰਕੇ ਇਹ ਸਾਰੀ ਡਿਟੇਲ ਲੈ ਕੇ ਤੇ ਇਹ ਸਾਰਾ ਮਾਡਲ ਬਣਾਉਣਾ ਸ਼ੁਰੂ ਕੀਤਾ। ਕੁਝ ਕੁ ਮਹੀਨੇ ਪਹਿਲਾਂ ਮੈਂ ਉੱਥੇ ਦਰਸ਼ਨ ਦੀਦਾਰਿਆਂ ਲਈ ਗਿਆ ਸੀਗਾ ਤੇ ਸਾਰਾ ਵੇਰਵਾ ਡਿਟੇਲ ਦੇ ਵਿੱਚ ਲੈ ਕੇ, ਕਿਉਂਕਿ ਇਹਦਾ ਇਤਿਹਾਸ ਬਹੁਤ ਮਹਾਨ ਹੈ ਇਸ ਪਵਿੱਤਰ ਸਥਾਨ ਦਾ। ਜਿਸ ਵੇਲੇ 40 ਜਿਹੜੇ ਮੁਕਤੇ ਸੀਗੇ, 40 ਸਿੰਘਾਂ ਨੇ ਵਿਦਾਵੇ ਦਿੱਤੇ ਸੀਗੇ ਗੁਰੂ ਸਾਹਿਬ ਜੀ ਨੂੰ, ਇਹ ਪਵਿੱਤਰ ਸਥਾਨ ਸੀਗਾ। ਇਸੇ ਪਵਿੱਤਰ ਅਸਥਾਨ ਤੋਂ ਜਾ ਕੇ ਖਾਲਸਾ ਸਾਜਿਆ ਸੀਗਾ ਗੁਰੂ ਸਾਹਿਬ ਜੀ ਨੇ ਅਤੇ ਸੰਤਾਂ ਮਹਾਂਪੁਰਖਾਂ ਦੇ ਨਾਲ ਬਹੁਤ ਇਹ ਵੱਡਾ ਇਤਿਹਾਸ ਜੁੜਿਆ ਹੋਇਆ, ਕਿਉਂਕਿ ਇਹ ਪਹਾੜੀ ਰਾਜਿਆਂ ਨੇ ਇਸ ਇਮਾਰਤ ਨੂੰ ਜਦੋਂ ਤਹਿਸ-ਨਹਿਸ ਕਰ ਦਿੱਤਾ, ਫਿਰ ਮਿਸਲਾਂ ਦੇ ਟਾਈਮ ਦੇ ਵਿੱਚ ਵੀ ਯੋਧਿਆਂ ਨੇ ਇਹ ਤਿਆਰ ਕਰਵਾਇਆ ਸੀਗਾ ਕਿਲ੍ਹਿਆਂ ਨੂੰ, ਇਮਾਰਤਾਂ ਨੂੰ ਮੁੜ, ਲੇਕਿਨ ਉਹ ਵੀ ਖੰਡਰ ਰੂਪ ਹੋ ਚੁੱਕੀਆਂ ਸੀ। ਤਾਂ 1934 ਦੇ ਵਿੱਚ ਦੁਬਾਰਾ ਮੁੜ ਸੇਵਾਵਾਂ ਸੰਭਾਲਦੇ ਹੋਏ ਬਾਬਾ ਸੇਵਾ ਜੀ ਨੇ ਆਪਣਾ ਸਾਰਾ ਜੀਵਨ ਜਿਹੜਾ ਤਕਰੀਬਨ 48-50 ਸਾਲ, ਅੱਜ ਤੋਂ 80 ਸਾਲ ਪਹਿਲਾਂ, ਤੇ ਉਹ ਇਸ ਮਹਾਨ ਪਵਿੱਤਰ ਸਥਾਨ ਦੀ ਉਸਾਰੀ ਲਈ ਲੇਖੇ ਲਾਤਾ। ਉਹਦੇ ਨਾਲ ਹੀ ਉਹਨਾਂ ਨੇ ਹੋਰ ਵੀ ਕਈ ਧਾਰਮਿਕ ਸਥਾਨਾਂ, ਤਖ਼ਤ ਸਾਹਿਬਾਨਾਂ ਦੀ ਸੇਵਾਵਾਂ ਵੀ ਨਿਭਾਈਆਂ ਨੇ ਤੇ ਇਸ ਪਵਿੱਤਰ ਅਸਥਾਨ ਦਾ ਬਹੁਤ ਵੱਡਾ ਜੋ ਇਤਿਹਾਸ ਹੈ, ਕਿਉਂਕਿ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ 5 ਕਿਲ੍ਹੇ ਮੌਜੂਦ ਨੇ, ਉਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਕਿਲ੍ਹਾ ਇਹ ਜੋ ਮੌਜੂਦ ਹੈ। ਜੀ, ਜੀ। ਗੁਰਪ੍ਰੀਤ ਜੀ, ਜਿਸ ਤਰ੍ਹਾਂ ਕਿ ਤੁਸੀਂ ਦੱਸ ਰਹੇ ਹੋ ਕਿ ਇਸ ਜੋ ਤੁਸੀਂ ਮਾਡਲ ਤਿਆਰ ਕੀਤਾ ਹੈ ਕਿਲ੍ਹੇ ਦਾ, ਇਹਨੂੰ ਵਿਦੇਸ਼ ਵਿੱਚ ਭੇਜਿਆ ਜਾਏਗਾ, ਤਾਂ ਫਿਰ ਵਿਦੇਸ਼ 'ਚ ਕਿਸ ਤਰ੍ਹਾਂ ਇਹਨੂੰ ਭੇਜਿਆ ਜਾਏਗਾ? ਕੋਈ ਲੈ ਕੇ ਜਾਏਗਾ ਜਾਂ ਪਾਰਸਲ ਕੀਤਾ ਜਾਏਗਾ? ਕਿਸ ਹਿਸਾਬ ਨਾਲ ਤੁਸੀਂ ਭੇਜੋਗੇ? ਇਹ ਜੀ ਦਰਅਸਲ ਬਾਬਾ ਸੇਵਾ ਸਿੰਘ ਜੀ ਜਿਹੜੇ ਮਹਾਂਪੁਰਖ ਹੋਏ ਸੀ, ਉਹਨਾਂ ਦੇ ਹੀ ਪਰਿਵਾਰ ਵੱਲੋਂ ਇਹ ਮੇਰੇ ਲਈ ਹੁਕਮ ਲੱਗਿਆ ਸੀਗਾ ਕਿ ਇਸ ਤਰ੍ਹਾਂ ਦਾ ਤੁਸੀਂ ਮਾਡਲ ਬਣਾਓ, ਤਾਂ ਕਿ ਇਹ ਜਿਹੜਾ ਹੈਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਪੁਰਾਤਨ ਇਤਿਹਾਸ ਹੈ, ਸਿੰਘਾਂ ਦਾ ਜਿਹੜਾ ਇਤਿਹਾਸ ਹੈ, ਇਹ ਜੋ ਸਾਰਾ ਸਾਈਡ ਦੇ ਉੱਤੇ ਦਰਸਾਇਆ ਗਿਆ ਹੈ ਲਿਖ ਕੇ, ਦਰਸ਼ਨੀ ਡਿਓੜੀ, ਕਿਲ੍ਹਾ ਆਨੰਦਗੜ੍ਹ ਸਾਹਿਬ ਜਾਂ ਗੁਰੂ ਸਾਹਿਬਾਂ ਦਾ ਜੋ ਇਤਿਹਾਸ ਹੈ ਸਾਰਾ ਦਰਸਾਇਆ ਗਿਆ, ਇਹ ਵੱਧ ਤੋਂ ਵੱਧ ਸੰਗਤਾਂ ਤਾਈਂ ਪਹੁੰਚੇ ਤੇ ਉਹਨਾਂ ਨੇ ਹੀ ਮੇਰੇ ਲੈ ਕੇ ਸੇਵਾ ਲਾਈ ਸੀ। ਉਹਨਾਂ ਨੇ ਹੀ ਉਪਰਾਲਾ ਕਰਕੇ ਇਹਨੂੰ ਲੈ ਕੇ ਜਾਣਾ ਹੈ ਅਤੇ ਵੱਖ-ਵੱਖ ਆਸਟ੍ਰੇਲੀਆ ਦੇ ਵੱਖ-ਵੱਖ ਸਥਾਨਾਂ ਤੇ ਵੀ ਦਰਸਾਇਆ ਜਾਏਗਾ। ਜੀ, ਜੀ। ਅਗਰ ਮਟੀਰੀਅਲ ਦੀ ਗੱਲ ਕਰੀਏ ਤਾਂ ਕੀ ਸਮਾਨ ਜਿਹੜਾ ਇਹਦੇ ਵਿੱਚ ਤੇ ਇਸਤੇਮਾਲ ਕੀਤਾ ਗਿਆ ਤੇ ਕਿੰਨੀ ਕੁ ਲਾਗਤ ਜਿਹੜੀ ਤੁਹਾਨੂੰ ਆਈ ਹੈ ਇਸ ਨੂੰ ਬਣਾਉਣ 'ਚ? ਇਹ ਜੀ ਮੋਸਟਲੀ ਇਹਦਾ ਮਟੀਰੀਅਲ ਜਿਹੜਾ ਹੈਗਾ ਵੁਡਨ ਮਟੀਰੀਅਲ ਯੂਜ਼ ਕੀਤਾ, ਵਾਟਰਪ੍ਰੂਫ ਜਿਹੜਾ ਹੁੰਦਾ ਹੈ, ਜਾਂ ਪਲਾਸਟਿਕ ਫਾਈਬਰ ਦੀ ਵਰਤੋਂ ਕੀਤੀ ਗਈ ਹੈ। ਪੇਪਰ ਆਰਟਿਸਟ ਮੇਰੇ ਨਾਮ ਦੇ ਨਾਲ ਜੁੜਾ ਹੋਣ ਕਰਕੇ ਸਾਰੇ ਲੋਕ ਐਕਸਪੈਕਟ ਕਰਦੇ ਆ ਕਿ ਪੇਪਰ ਦਾ ਹੀ ਸਾਰਾ ਬਣਿਆ ਹੋਏਗਾ, ਲੇਕਿਨ ਪੇਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਹੁਣ ਵੱਡੇ ਮਾਡਲ ਬਣਾਈਦੇ ਜਾਂ ਕੁਛ, ਤਾਂ ਉਸ ਮਾਹੌਲ ਨੂੰ ਦੇਖਦਿਆਂ ਹੋਇਆਂ, ਮਜ਼ਬੂਤੀ ਦਾ ਧਿਆਨ ਰੱਖਦਿਆਂ ਹੋਇਆਂ, ਤੇ ਫਿਰ ਜੋ ਮਜ਼ਬੂਤ ਮਟੀਰੀਅਲ ਹੁੰਦੇ ਨੇ ਉਹਦੀ ਵਰਤੋਂ ਮੁੱਖ ਤੌਰ ਤੇ ਕੀਤੀ ਜਾਂਦੀ ਹੈ, ਜਿਹੜੀ ਕਿ ਆਉਣ ਵਾਲੇ 50 ਜਾਂ 100 ਸਾਲ ਵੀ ਖਰਾਬ ਨਹੀਂ ਹੋਣਗੇ। ਜੀ, ਜੀ। ਇਸ ਨੂੰ ਤੁਸੀਂ ਵਿਦੇਸ਼ 'ਚ ਭੇਜੋਗੇ ਤਾਂ ਜੋ ਜਿਹੜੇ ਵਿਦੇਸ਼ 'ਚ ਸਿੱਖ ਨੌਜਵਾਨ ਹੈ ਜਾਂ ਪੰਜਾਬੀ ਜਿੰਨੇ ਵੀ ਰਹਿੰਦੇ ਆ, ਉਹ ਇਤਿਹਾਸ ਨਾ ਜਾਣ ਸਕਣ। ਲੇਕਿਨ ਗੱਲ ਕਰੀਏ, ਤੁਸੀਂ ਅੰਮ੍ਰਿਤਸਰ ਸਾਹਿਬ 'ਚ ਰਹਿ ਰਹੇ ਜੇ, ਸ਼੍ਰੀ ਦਰਬਾਰ ਸਾਹਿਬ ਅਜਾਇਬ ਘਰ, ਜਿੱਥੇ ਕਿ ਸਿੱਖਾਂ ਦਾ ਤਮਾਮ ਜਿਹੜਾ ਇਤਿਹਾਸ ਹੈ ਉਹ ਇਕੱਠਾ ਕਰਕੇ ਰੱਖਿਆ ਹੋਇਆ। ਕੋਸ਼ਿਸ਼ ਕਰੋਗੇ ਐਸਜੀਪੀਸੀ ਨਾਲ ਮਿਲ ਕੇ ਦੁਬਾਰਾ ਇਸ ਤਰ੍ਹਾਂ ਦਾ ਮਾਡਲ ਤਿਆਰ ਕਰਕੇ ਉਸ ਅਜਾਇਬ ਘਰ 'ਚ ਵੀ ਲਗਵਾਇਆ ਜਾਏ, ਤਾਂ ਜੋ ਜਿਹੜੀ ਸੰਗਤ ਪੂਰੇ ਦੇਸ਼ 'ਚੋਂ ਇੱਥੇ ਨਤਮਸਤਕ ਹੋਣ ਆਉਂਦੀ ਹੈ, ਉਹਨੂੰ ਵੀ ਇਸ ਇਤਿਹਾਸ ਬਾਰੇ ਪਤਾ ਲੱਗ ਸਕੇ? ਮੇਰੇ ਤਾਂ ਜੀ ਬੜੇ ਸਾਲਾਂ ਤੋਂ ਮੈਂ ਤੁਹਾਡੇ ਚੈਨਲ ਜ਼ਰੀਏ ਸ਼੍ਰੋਮਣੀ ਕਮੇਟੀ ਅੱਗੇ ਬੇਨਤੀ ਕਰਦਾ ਦੁਬਾਰਾ ਫਿਰ, ਕਿ ਮੈਂ ਤਾਂ ਬਹੁਤ ਸਾਲਾਂ ਤੋਂ ਇਹ ਉਡੀਕ ਰਿਹਾ ਕੋਈ ਇਹੋ ਜਿਹਾ ਮਾਹੌਲ ਬਣੇ, ਕਿਉਂਕਿ ਮੈਂ ਸਮੇਂ-ਸਮੇਂ ਸਿਰ ਸ਼੍ਰੋਮਣੀ ਕਮੇਟੀ ਦਫ਼ਤਰ ਜਾ ਕੇ ਮਿਲਦਾ ਰਹਿੰਦਾ ਉਹਨਾਂ ਨੂੰ। ਕੋਈ ਇਹੋ ਜਿਹਾ ਸਬੱਬ ਬਣੇ ਕਿ ਜਿੱਥੇ 10 ਪਾਤਸ਼ਾਹੀਆਂ ਦੇ ਇਤਿਹਾਸ ਨਾਲ ਜੁੜੇ ਜਿਹੜੇ ਮਾਡਲ ਬਣਾਈਏ, 5 ਤਖ਼ਤ ਸਾਹਿਬਾਨਾਂ ਦੇ ਬਣਾਈਏ, ਇਸ ਤਰ੍ਹਾਂ ਦੇ ਇਤਿਹਾਸਿਕ ਕਿਲ੍ਹੇ ਬਣਾਈਏ ਜਿਹੜੇ ਸਾਡੇ ਪੁਰਾਤਨ ਇਤਿਹਾਸ ਨੂੰ ਲੋਕਾਂ ਤਾਈਂ ਅੱਜ ਦੀ ਜਨਰੇਸ਼ਨ ਸਾਹਮਣੇ ਲੈ ਕੇ ਆ ਸਕੀਏ। ਅਗਰ ਇਹੋ ਜਿਹਾ ਕੋਈ ਯਤਨ ਸ਼੍ਰੋਮਣੀ ਕਮੇਟੀ ਕਰੇਗੀ ਤੇ ਮੈਂ ਵੱਧ ਚੜ੍ਹ ਕੇ ਵੱਧ ਤੋਂ ਵੱਧ ਸੇਵਾਵਾਂ ਦੇਣ ਲਈ ਹਮੇਸ਼ਾ ਅੱਗੇ ਰਹੂੰਗਾ। ਜੀ, ਜੀ, ਬਿਲਕੁਲ। ਤਾਂ ਇਹ ਸੀ ਗੁਰਪ੍ਰੀਤ ਸਿੰਘ ਜਿਨ੍ਹਾਂ ਵੱਲੋਂ ਕਿ ਆਨੰਦਗੜ੍ਹ ਕਿਲ੍ਹੇ ਦਾ ਜਿਹੜਾ ਮਾਡਲ ਹੈ ਉਹ ਬਾਖੂਬੀ ਨਾਲ ਜਿਹੜਾ ਤਿਆਰ ਕੀਤਾ ਗਿਆ। ਤਾਂ ਉਹਨਾਂ ਨੇ ਗੱਲਬਾਤ ਕੀਤੀ ਤਾਂ ਦੱਸਿਆ 2 ਮਹੀਨੇ ਤੋਂ ਵੱਧ ਦਾ ਸਮਾਂ ਜਿਹੜਾ ਇਸ ਮਾਡਲ ਨੂੰ
ਤਿਆਰ ਕਰਨ ਵਿੱਚ ਲੱਗਾ ਹੈ ਅਤੇ ਨਾਲ ਉਹਨਾਂ ਨੇ ਕਿਹਾ ਕਿ ਇਹ ਹੁਣ ਮਾਡਲ ਜਿਹੜਾ ਹੈ ਵਿਦੇਸ਼ ਵਿੱਚ ਭੇਜਿਆ ਜਾਏਗਾ ਤਾਂ ਜੋ ਵਿਦੇਸ਼ ਵਿੱਚ ਰਹਿੰਦੇ ਸਿੱਖਾਂ ਜਿਹੜੇ ਆ ਉਹ ਆਨੰਦਗੜ੍ਹ ਦੇ ਕਿਲ੍ਹੇ ਦਾ ਜਿਹੜਾ ਇਤਿਹਾਸ ਹੈ ਉਹ ਜਾਣ ਸਕਣ। ਨਾਲ ਉਹਨਾਂ ਨੇ ਕਿਹਾ ਕਿ ਕੋਸ਼ਿਸ਼ ਉਹਨਾਂ ਦੀ ਇਹੀ ਰਹਿੰਦੀ ਹੈ ਕਿ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਦੇ ਅਜਾਇਬ ਘਰ ਵਿੱਚ ਵੀ ਉਹਨਾਂ ਦੁਆਰਾ ਤਿਆਰ ਕੀਤੇ ਗਏ ਮਾਡਲ ਲਗਵਾਏ ਜਾ ਸਕਣ ਅਤੇ ਐਸਜੀਪੀਸੀ ਨੂੰ ਵੀ ਉਹ ਲਗਾਤਾਰ ਮਿਲਦੇ ਆ ਰਹੇ ਤਾਂ ਜੋ ਕਿ ਉਹਨਾਂ ਦੇ ਬਣਾਏ ਮਾਡਲ ਜਿਹੜੇ ਆ ਸਿੱਖ ਸੰਗਤਾਂ ਜਿਹੜੇ ਆ ਉਹ ਦੇਖਣ ਤੇ ਇਤਿਹਾਸ ਨਾਲ ਜਿਹੜੇ ਆ ਉਹ ਜਾਣਨ ਦੀ ਕੋਸ਼ਿਸ਼ ਕਰਨ। ਇੱਕ ਵਾਰ ਤੁਹਾਨੂੰ ਗੁਰਪ੍ਰੀਤ ਸਿੰਘ ਜੀ ਦੇ ਕਮਰੇ ਦੀ ਤਸਵੀਰ ਜਿਹੜੀ ਅਸੀਂ ਜ਼ਰੂਰ ਦਿਖਾ ਦਿੰਦੇ ਹਾਂ ਜਿੱਥੇ ਕਿ ਵੱਖ-ਵੱਖ ਤਰ੍ਹਾਂ ਦੇ ਮਾਡਲ ਜਿਹੜੇ ਆ ਗੁਰਦੁਆਰਾ ਸਾਹਿਬਾਨਾਂ ਦੇ ਤਿਆਰ ਕੀਤੇ ਹੋਏ ਆ। ਤਾਂ ਉੱਥੇ ਹੀ ਜਿਹੜਾ ਹੈ ਸ਼੍ਰੀ ਦਰਬਾਰ ਸਾਹਿਬ ਦਾ ਮਾਡਲ ਵੀ ਤਿਆਰ ਉਹਨਾਂ ਵੱਲੋਂ ਜਿਹੜਾ ਹੈ ਕੀਤਾ ਹੋਇਆ ਹੈ। ਤੇ ਨਾਲ ਹੀ ਇੱਕ ਤੁਹਾਨੂੰ ਮਾਡਲ ਅਸੀਂ ਉਹ ਦਿਖਾ ਦਿੰਦੇ ਹਾਂ 1984 ਦੇ ਵਿੱਚ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਜਿਹੜਾ ਕੀਤਾ ਗਿਆ ਸੀ ਉਸ ਵੇਲੇ ਦੀਆਂ ਸਰਕਾਰਾਂ ਵੱਲੋਂ, ਤਾਂ ਉਦੋਂ ਸ਼੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਕਰ ਦਿੱਤਾ ਗਿਆ ਸੀ। ਉਹ ਵੀ ਮਾਡਲ ਇਹਨਾਂ ਵੱਲੋਂ ਬਾਖੂਬੀ ਨਾਲ ਤਿਆਰ ਕੀਤਾ ਹੈ ਤੇ ਬਹੁਤ ਸਾਰੇ ਇਨਾਮ ਜਿਹੜੇ ਆ ਗੁਰਪ੍ਰੀਤ ਸਿੰਘ ਨੂੰ ਮਿਲੇ ਆ, ਅਵਾਰਡ ਜਿਹੜੇ ਆ ਬਹੁਤ ਸਾਰੇ ਮਿਲੇ ਹੋਏ ਆ। ਤਾਂ ਗੁਰਪ੍ਰੀਤ ਸਿੰਘ ਲਗਾਤਾਰ ਹੀ ਸਿੱਖ ਕੌਮ ਲਈ ਇਸ ਤਰ੍ਹਾਂ ਦੇ ਮਾਡਲ ਤਿਆਰ ਕਰਦੇ ਰਹਿੰਦੇ ਆ ਤਾਂ ਜੋ ਕਿ ਜਿਹੜੀ ਸਿੱਖ ਸੰਗਤ ਹੈ ਉਸ ਨੂੰ ਆਪਣੇ ਇਤਿਹਾਸ ਬਾਰੇ ਜਾਣਕਾਰੀ ਜਿਹੜੀ ਆ ਮਿਲ ਸਕੇ, ਜਿਸ ਦੇ ਕਰਕੇ ਹੀ ਲਿਮਕਾ ਬੁੱਕ ਆਫ ਰਿਕਾਰਡ ਵੱਲੋਂ ਵੀ ਇਹਨਾਂ ਨੂੰ ਸਨਮਾਨਿਤ ਜਿਹੜਾ ਹੈ ਉਹ ਕੀਤਾ ਹੋਇਆ ਹੈ। ਤਾਂ ਲਿਮਕਾ ਬੁੱਕ ਆਫ ਰਿਕਾਰਡ 'ਚ ਇਹਨਾਂ ਦਾ ਨਾਮ ਵੀ ਜਿਹੜਾ ਹੈ ਉਹ ਦਰਜ ਕੀਤਾ ਹੋਇਆ ਹੈ। ਅਤੇ ਅੱਜ ਦੀ ਗੱਲ ਕਰੀਏ ਤਾਂ ਅੱਜ ਇਹਨਾਂ ਵੱਲੋਂ ਕਿਲ੍ਹਾ ਆਨੰਦਗੜ੍ਹ ਸਾਹਿਬ ਦਾ ਜਿਹੜਾ ਹੈ ਮਾਡਲ ਹੈ ਉਹ ਤਿਆਰ ਕੀਤਾ ਗਿਆ ਸੀ, ਜਿਸ ਦੀ ਕਿ ਅਸੀਂ ਇੱਕ ਤਸਵੀਰ ਤੁਹਾਡੇ ਤੱਕ ਦਿਖਾਈ ਜੋ ਕਿ ਹੁਣ ਵਿਦੇਸ਼ ਵਿੱਚ ਜਾ ਕੇ ਸਿੱਖ ਸੰਗਤਾਂ ਨੂੰ ਇਸ ਇਤਿਹਾਸ ਬਾਰੇ ਜਾਣਕਾਰੀ ਹੈ ਉਹ ਦਿੱਤੀ ਜਾਏਗੀ। ਕੈਮਰਾਮੈਨ ਪ੍ਰਦੀਪ ਦੇ ਨਾਲ ਮੁਕੇਸ਼ ਮਹਿਰਾ, openpunjabi.com, ਅੰਮ੍ਰਿਤਸਰ।